हेलो एवरीवन वेलकम टू स्टडी शॉर्टकट्स हियर स्टडी बिकम्स ईजियर। तो आप लेके आए हैं जी इंस्ट्रक्शंस फॉर स्टूडेंट्स पंजाब यूनिवर्सिटी चंडीगढ़ ਦੀਆਂ इंस्ट्रक्शंस ਦੀ डिटेल वीडियो तो आप ऑलरेडी बना ही चुके हैं। सारी इंस्ट्रक्शंस जिथे वन बाय वन आप ਜਿਹੜੀ ਇੱਕ ਕਰਕੇ ਸਮਝੀਆਂ ਸੀ। ਜੇ ਤੁਹਾਨੂੰ ਉਹ ਵੀਡੀਓ ਦੁਬਾਰਾ ਦੇਖਣੀ ਹੈ ਤਾਂ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਉੱਥੋਂ ਜਾ ਕੇ ਤੁਸੀਂ ਸਾਰੀ ਇੰਸਟਰਕਸ਼ਨ ਡਿਟੇਲ ਦੇ ਵਿੱਚ ਜਿਹੜੀ ਉਹ ਸਮਝ ਸਕਦੇ ਹੋ ਇੱਕ ਇੱਕ ਕਰਕੇ, ਤਾਂ ਕਿ ਤੁਹਾਨੂੰ ਆਪਣੇ ਐਗਜ਼ਾਮ ਟਾਈਮ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ। ਅੱਜ ਦੀ ਜਿਹੜੀ ਆਪਣੀ ਵੀਡੀਓ ਜਿਹੜੀ ਹੈਗੀ ਆ ਉਹ ਕਿਸ ਚੀਜ਼ ਨਾਲ ਰਿਲੇਟਡ ਹੈ, ਉਹ ਹੈਗੀ ਆ A4 ਸਾਈਜ਼ ਸ਼ੀਟਸ ਜਿਹੜੀਆਂ ਨੇ ਉਹ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਉਹਨਾਂ ਦਾ ਫੋਰਮੈਟ ਕਿੱਦਾਂ ਦਾ ਹੋਣਾ ਚਾਹੀਦਾ, ਅਤੇ ਨਾਲ ਹੀ ਉਹ ਜਿਹੜੀਆਂ ਸ਼ੀਟਸ ਆ ਉਹ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ, ਕੀ ਕੁਛ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ। ਤਾਂ ਸਾਰਾ ਕੁਛ ਉਹ ਸ਼ੀਟਸ ਦੇ ਬਾਰੇ ਜਿਹੜਾ ਹੈਗਾ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ। ਕਮੈਂਟਸ ਆ ਰਹੇ ਸੀ ਕਿ ਮੈਮ ਤੁਸੀਂ ਸ਼ੀਟਸ ਵੀ ਜਿਹੜੀਆਂ ਹੈਗੀਆਂ ਨੇ ਆਪਣੇ YouTube ਚੈਨਲ 'ਤੇ ਜ਼ਰੂਰ ਪ੍ਰੋਵਾਈਡ ਕਰੋ। ਪੰਜਾਬੀ ਯੂਨੀਵਰਸਿਟੀ ਦੀ ਆਪਾਂ ਜਿਹੜੀ ਸ਼ੀਟਸ ਹੈਗੀਆਂ ਨੇ ਪ੍ਰੋਵਾਈਡ ਕੀਤੀਆਂ ਸੀ, ਲਿੰਕ ਪ੍ਰੋਵਾਈਡ ਕੀਤਾ ਸੀਗਾ ਬੱਚਿਆਂ ਨੇ। ਅੱਜ ਉਹਨਾਂ ਦਾ ਫਸਟ ਪੇਪਰ ਸੀ। ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੈਗੇ ਉਹਨਾਂ ਦੇ ਪੇਪਰ 15 ਫਰਵਰੀ ਤੋਂ ਸ਼ੁਰੂ ਹੋ ਰਹੇ ਹੈ, ਅਤੇ ਫਸਟ ਸਮੈਸਟਰ ਵਾਲਿਆਂ ਦੇ ਸੈਕਿੰਡ ਵੀਕ ਆਫ ਮਾਰਚ ਤੋਂ ਸ਼ੁਰੂ ਹੋ ਰਹੇ ਹੈ। ਤਾਂ ਉਹਨਾਂ ਨੇ ਵੀ ਬਹੁਤ ਸਾਰੇ ਬੱਚੇ ਦੇ ਕਮੈਂਟਸ ਆ ਰਹੇ ਸੀ ਕਿ ਮੈਮ ਤੁਸੀਂ ਸ਼ੀਟਸ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰ ਦਿਓ। ਤਾਂ ਮੈਂ ਤੁਹਾਨੂੰ ਲਿੰਕ ਵੀ ਇਸ ਵਾਰ ਇਸ ਵੀਡੀਓ ਦੇ ਵਿੱਚ ਦੇ ਰਹੀ ਹਾਂ, ਜਿੱਥੇ ਜਾ ਕੇ ਤੁਸੀਂ ਆਪਣੀ ਸ਼ੀਟਸ ਨੂੰ ਡਾਊਨਲੋਡ ਕਰ ਸਕਦੇ ਹੋ। ਉਹਦੇ ਵਿੱਚ ਫਸਟ ਸ਼ੀਟ ਦਾ ਫੋਰਮੈਟ ਤੁਹਾਨੂੰ ਬਣਿਆ ਬਣਾਇਆ ਉਹਦੇ ਵਿੱਚ ਮਿਲੇਗਾ, ਜਿਸ ਨਾਲ ਤੁਸੀਂ ਆਪਣਾ ਸਿਰਫ ਫੋਰਮੈਟ ਆਲਰੇਡੀ ਉੱਤੇ ਪ੍ਰਿੰਟਡ ਹੋਏਗਾ, ਆਪਣਾ ਸਿਰਫ ਡਾਟਾ ਉਹਦੇ ਵਿੱਚ ਜਿਹੜਾ ਉਹ ਭਰਨਾ। ਜਿੰਨੇ ਤੁਸੀਂ ਪੇਪਰ ਹੈ ਉਨੇ ਹੀ ਉਹ ਸ਼ੀਟਸ ਜਿਹੜੀਆਂ ਨੇ ਤੁਹਾਨੂੰ ਉਹ ਨਿਕਲਵਾਉਣੀਆਂ ਨੇ। ਤਾਂ ਤੁਸੀਂ ਇੱਥੋਂ ਉਸ ਲਿੰਕ 'ਤੇ ਕਲਿੱਕ ਕਰਕੇ ਉਹਦਾ ਪ੍ਰਿੰਟ ਆਊਟ ਜਿਹੜਾ ਹੈਗਾ ਉਹਨਾਂ ਸ਼ੀਟਸ ਦਾ ਨਿਕਲਵਾ ਸਕਦੇ ਹੋ। ਬਾਕੀ ਫਸਟ ਪੇਜ ਜਿਹੜਾ ਹੈਗਾ ਉਹਦਾ ਫੋਰਮੈਟ ਜਿਹੜਾ ਹੈ ਉਹ ਤੁਸੀਂ ਜਿਵੇਂ ਨਿਕਲਵਾਉਣਾ ਹੈ ਤਾਂ ਇੱਕ ਵਾਰ ਤੁਸੀਂ ਨਿਕਲਵਾ ਸਕਦੇ ਹੋ। ਬਾਕੀ ਦੇ ਤੁਸੀਂ ਫੋਟੋ ਸਟੇਟ ਜਿਹੜੀ ਹੈ ਉਹ ਕਰਵਾ ਸਕਦੇ ਹੋ, ਜਿਸ ਨਾਲ ਥੋੜਾ ਖਰਚਾ ਵੀ ਜਿਹੜਾ ਉਹ ਘੱਟ ਹੋਵੇਗਾ। ਬਾਕੀ ਆਪਾਂ ਦੇਖਦੇ ਹਾਂ ਫੋਰਮੈਟ ਜਿਹੜਾ ਕੀ ਹੋਏਗਾ, ਕਿਸ ਤਰ੍ਹਾਂ ਦਾ ਹੋਏਗਾ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਨਾਲ ਤੁਹਾਨੂੰ ਆਉਣ ਵਾਲੇ ਸਾਰੀ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ। ਫੇਸਬੁੱਕ 'ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚੋਂ ਮਿਲ ਜਾਏਗਾ। ਤਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਜੀ। ਤਾਂ 7th ਪੁਆਇੰਟ ਜਿਹੜਾ ਹੈਗਾ ਉਹ A4 ਸਾਈਜ਼ ਸ਼ੀਟਸ ਦੇ ਰਿਲੇਟਡ ਜਿਹੜੀ ਇੱਥੇ ਗੱਲ ਕੀਤੀ ਗਈ ਹੈ ਕਿ A4 ਸਾਈਜ਼ ਦੀ ਜਿਹੜੀ ਸ਼ੀਟ ਹੋਣੀਆਂ ਚਾਹੀਦੀਆਂ ਨੇ ਫॉर ਰਾਈਟਿੰਗ ਦਾ ਆਨਸਰਸ। ਉਹਨਾਂ ਨੇ ਕਿਹਾ ਪ੍ਰੈਫਰੇਬਲੀ ਲਾਈਨਡ, ਕਿ ਤੁਸੀਂ ਲਾਈਨਾਂ ਵਾਲੀ ਸ਼ੀਟਸ ਲੈ ਸਕਦੇ ਹੋ ਪ੍ਰੈਫਰੇਬਲੀ, ਕਿਉਂਕਿ ਉਹਦੇ ਵਿੱਚ ਲਿਖਣਾ ਥੋੜਾ ਬੱਚਿਆਂ ਨੂੰ ਈਜ਼ੀ ਹੋ ਜਾਂਦਾ ਹੈ। ਉਸਦੇ ਵਿੱਚ ਇਹ ਪੁਆਇੰਟ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਅੰਡਰ ਗ੍ਰੈਜੂਏਟ ਸਟੂਡੈਂਟਸ ਕੈਨ ਯੂਜ਼ 20 A4 ਸਾਈਜ਼ ਸ਼ੀਟਸ। ਤਾਂ ਅੰਡਰ ਗ੍ਰੈਜੂਏਟ ਵਾਲਿਆਂ ਨੇ 20 ਸ਼ੀਟਾਂ ਜਿਹੜੀਆਂ ਹੈਗੀਆਂ ਨੇ A4 ਸਾਈਜ਼ ਦੀਆਂ ਯੂਜ਼ ਕਰਨੀਆਂ ਨੇ, ਅਤੇ ਪੋਸਟ ਗ੍ਰੈਜੂਏਟ ਵਾਲਿਆਂ ਨੇ 24 A4 ਸਾਈਜ਼ ਸ਼ੀਟਸ ਜਿਹੜੀਆਂ ਨੇ ਯੂਜ਼ ਕਰਨੀਆਂ। ਅਤੇ ਸ਼ੀਟ ਦੇ ਇੱਕ ਹੀ ਪਾਸੇ ਤੁਸੀਂ ਜਿਹੜਾ ਹੈਗਾ ਲਿਖਣਾ, ਦੂਜੇ ਪਾਸੇ ਤੁਸੀਂ ਨਹੀਂ ਲਿਖਣਾ। ਤਾਂ ਸ਼ੀਟ ਦੇ ਇੱਕੋ ਪਾਸੇ ਲਿਖਣਾ, ਦੂਜੇ ਪਾਸੇ ਨਹੀਂ ਲਿਖਣਾ। 20 ਸ਼ੀਟਾਂ ਅੰਡਰ ਗ੍ਰੈਜੂਏਟ ਜਿਵੇਂ BA BCom BSc ਇੱਦਾਂ ਦੇ ਜਿਹੜੇ ਕੋਰਸਿਸ ਆ ਉਹਨਾਂ ਨੇ ਯੂਜ਼ ਕਰਨੀਆਂ ਨੇ, ਅਤੇ MCom MA MSc ਇੱਦਾਂ ਦੇ ਜਿਹੜੇ ਪੋਸਟ ਗ੍ਰੈਜੂਏਟ ਕੋਰਸਿਸ ਹੁੰਦੇ ਆ ਉਹਨਾਂ ਨੇ 24 A4 ਸਾਈਜ਼ ਸ਼ੀਟਸ ਜਿਹੜੀਆਂ ਉਹ ਯੂਜ਼ ਕਰਨੀਆਂ ਨੇ। ਇਸ ਤੋਂ ਇਲਾਵਾ 20 ਪੁਆਇੰਟ ਉਹਨਾਂ ਨੇ ਦਿੱਤਾ, ਦਾ ਕੈਂਡੀਡੇਟ ਆਰ ਐਡਵਾਈਜ਼ ਟੂ ਰਾਈਟ ਦੇਅਰ ਆਨਸਰਸ ਪ੍ਰੀਸਾਈਜ਼ਲੀ ਐਂਡ ਅਟੈਂਪਟ ਦਾ ਕੁਐਸਚਨ ਪੇਪਰ ਨੋਟ ਐਕਸੀਡਿੰਗ ਦਾ ਪੇਜ ਲਿਮਿਟ। ਇਹਨਾਂ ਪੇਜ ਲਿਮਿਟ ਤੋਂ ਵੱਧ ਤੁਸੀਂ ਪੇਜ ਜਿਹੜੇ ਹੈਗੇ ਆ ਉਹ ਨਹੀਂ ਲਗਾ ਸਕਦੇ। ਅਤੇ ਨਾਲ ਹੀ ਉਹਨਾਂ ਨੇ ਜਿਹੜਾ ਇੱਕ ਫੋਰਮੈਟ ਦਿੱਤਾ, ਜਿਹੜਾ ਤੁਹਾਨੂੰ ਫਸਟ ਪੇਜ 'ਤੇ ਜਿਹੜਾ ਮੈਂ ਲਗਾਉਣਾ ਹੈ, ਇਹ ਫੋਰਮੈਟ ਤੁਹਾਨੂੰ ਮੈਂ ਜਿਹੜੀ ਲਿੰਕ ਪ੍ਰੋਵਾਈਡ ਕਰਾਂਗੀ ਉੱਥੇ ਜਿਹੜੀ ਸ਼ੀਟਸ ਤੁਹਾਨੂੰ ਮਿਲਣਗੀਆਂ, ਤਾਂ ਇਹ ਫੋਰਮੈਟ ਆਲਰੇਡੀ ਤੁਹਾਡੇ ਫਸਟ ਪੇਜ 'ਤੇ ਜਿਹੜਾ ਪ੍ਰਿੰਟਡ ਤੁਹਾਨੂੰ ਮਿਲੇਗਾ। ਬਸ ਤੁਸੀਂ ਆਪਣਾ ਪ੍ਰਿੰਟ ਨਿਕਾਲਣਾ ਉਹਨਾਂ ਦਾ, ਤੁਹਾਨੂੰ ਇਹ ਸਾਰਾ ਜਿਹੜਾ ਡਾਟਾ ਆਲਰੇਡੀ ਉੱਥੇ ਮਿਲ ਜਾਏਗਾ। ਤਾਂ ਕੀ ਕੁਛ ਇਸ ਫੋਰਮੈਟ ਦੇ ਵਿੱਚ ਹੈ, ਪਹਿਲੇ ਨੰਬਰ 'ਤੇ ਤੁਸੀਂ ਫਸਟ ਸ਼ੀਟ ਦੇ ਫਸਟ ਪੇਜ 'ਤੇ ਕੀ ਕੁਛ ਮੈਂਸ਼ਨ ਕਰਨਾ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਰੋਲ ਨੰਬਰ ਇਨ ਫਿਗਰਸ ਐਂਡ ਇਨ ਵਰਡਸ ਦੇ ਵਿੱਚ ਮੈਂਸ਼ਨ ਕਰੋਗੇ। ਫਿਰ ਸੈਕਿੰਡ ਨੰਬਰ 'ਤੇ ਨੇਮ ਆਫ ਦਾ ਸਟੂਡੈਂਟ, ਥਰਡ ਨੰਬਰ 'ਤੇ ਕਲਾਸ ਤੁਸੀਂ ਆਪਣੀ ਮੈਂਸ਼ਨ ਕਰੋਗੇ, ਫੋਰਥ ਨੰਬਰ 'ਤੇ ਸਮੈਸਟਰ, ਫਿਫਥ ਨੰਬਰ 'ਤੇ ਨੇਮ ਆਫ ਦਾ ਪੇਪਰ, ਸਿਕਸਥ ਨੰਬਰ 'ਤੇ ਤੁਸੀਂ ਮੈਂਸ਼ਨ ਕਰੋਗੇ ਸਬਜੈਕਟ ਕੋਡ ਆਫ ਦਾ ਪੇਪਰ, ਅਤੇ 7th 'ਤੇ ਐਗਜ਼ਾਮ ਕੋਡ ਆਫ ਦਾ ਪੇਪਰ। ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਸਬਜੈਕਟ ਕੋਡ ਅਤੇ ਐਗਜ਼ਾਮ ਕੋਡ ਕਿਹੜਾ ਹੁੰਦਾ। ਦੇਖੋ ਸਬਜੈਕਟ ਕੋਡ ਅਤੇ ਐਗਜ਼ਾਮ ਕੋਡ ਦੇ ਵਿੱਚ ਡਿਫਰੈਂਸ ਹੁੰਦਾ ਹੈ। ਸਬਜੈਕਟ ਕੋਡ ਉਹ ਹੁੰਦਾ ਜਿਹੜਾ ਤੁਹਾਡੇ ਸਬਜੈਕਟ ਦੇ ਨੇਮ ਦੇ ਨਾਲ ਲਿਖਿਆ ਹੁੰਦਾ ਹੈ। ਫੋਰ ਐਗਜ਼ਾਮਪਲ, ਇਹ ਸਿਰਫ ਇੱਕ ਐਗਜ਼ਾਮਪਲ ਹੈ, ਇਸ ਨੂੰ ਐਗਜ਼ਾਮਪਲ ਦੇ ਤੌਰ 'ਤੇ ਹੀ ਸਮਝਿਓ। ਫੋਰ ਐਗਜ਼ਾਮਪਲ MCom ਦਾ ਪੇਪਰ ਹੈ ਔਰ ਮੰਨ ਲਓ ਅਕਾਊਂਟਸ ਦਾ ਪੇਪਰ ਹੈ, ਤਾਂ ਮੰਨ ਲਓ ਉਹਨਾਂ ਦੇ ਪੇਪਰ ਦਾ ਜਿਹੜਾ ਕੋਡ ਹੁੰਦਾ, ਮੰਨ ਲਓ ਉਹਨਾਂ ਦੇ ਪੇਪਰ ਦਾ ਕੋਡ ਹੈ MC 401, ਤਾਂ MC 401 ਉਹਨਾਂ ਦਾ ਸਬਜੈਕਟ ਕੋਡ ਹੋਏਗਾ। ਲੇਕਿਨ ਜਿਹੜਾ ਕੁਐਸਚਨ ਪੇਪਰ 'ਤੇ ਰਾਈਟ ਹੈਂਡ ਸਾਈਡ 'ਤੇ ਕਰਕੇ ਲਿਖਿਆ ਹੁੰਦਾ, ਉਹ ਜਿਹੜਾ ਕੋਡ ਹੁੰਦਾ ਉਹਨੂੰ ਆਪਾਂ ਐਗਜ਼ਾਮ ਕੋਡ ਕਹਿੰਦੇ ਹਾਂ। ਤਾਂ ਸਬਜੈਕਟ ਕੋਡ ਤੁਹਾਡੇ ਸਬਜੈਕਟ ਦੇ ਨਾਲ ਮੈਂਸ਼ਨ ਹੁੰਦਾ, ਅਤੇ ਐਗਜ਼ਾਮ ਕੋਡ ਜਿਹੜਾ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਮੈਂਸ਼ਨ ਹੁੰਦਾ, ਮੋਸਟਲੀ ਰਾਈਟ ਹੈਂਡ ਸਾਈਡ 'ਤੇ ਹੁੰਦਾ। ਬਾਕੀ ਤੁਸੀਂ ਧਿਆਨ ਰੱਖਣਾ ਉੱਥੇ ਲਿਖਿਆ ਹੋਏਗਾ, ਮੈਂਸ਼ਨ ਹੋਏਗਾ ਕਿ ਇਹ ਐਗਜ਼ਾਮ ਕੋਡ ਹੈ, ਤਾਂ ਤੁਸੀਂ ਜਿੱਥੇ ਵੀ ਹੋਏਗਾ ਉਹ ਐਗਜ਼ਾਮ ਕੋਡ ਉੱਥੇ ਮੈਂਸ਼ਨ ਕਰਨਾ। ਤਾਂ ਸਬਜੈਕਟ ਕੋਡ ਅਲੱਗ ਫਿਲ ਕਰਨਾ ਅਤੇ ਐਗਜ਼ਾਮ ਕੋਡ ਅਲੱਗ ਤੋਂ ਫਿਲ ਕਰਨਾ। ਬਾਕੀ 8ਵੇਂ ਨੰਬਰ 'ਤੇ ਤੁਸੀਂ ਟੋਟਲ ਨੰਬਰ ਆਫ ਪੇਜਿਸ ਰਿਟਨ, ਤੁਸੀਂ ਕਿੰਨੇ ਪੇਜ ਲਗਾਏ ਆ, ਕਿੰਨੇ ਪੇਜ ਭਰੇ ਹੈ, ਉਹ ਮੈਂਸ਼ਨ ਕਰੋਗੇ। ਨਾਲ ਹੀ ਡੇਟ ਆਫ ਐਗਜ਼ਾਮ ਜਿਹੜੀ ਹੈ ਇੱਥੇ 9th ਨੰਬਰ 'ਤੇ ਫਿਲ ਕਰੋਗੇ। 10th ਨੰਬਰ 'ਤੇ ਤੁਸੀਂ ਇੱਥੇ ਅੰਡਰਟੇਕਿੰਗ ਜਿਹੜੀ ਹੈ ਇਹ ਵੀ ਮੈਂ ਪ੍ਰੋਵਾਈਡ ਕਰ ਰਹੀ ਹਾਂ, ਤੁਸੀਂ ਇਹ ਵੀ ਇੱਥੇ ਫਿਲ ਕਰੋਗੇ। ਓਨਲੀ ਫॉर ਸਟੂਡੈਂਟਸ ਆਫ ਕਾਲਜਿਸ ਡਿਪਾਰਟਮੈਂਟ ਐਂਡ ਰੀਜਨਲ ਸੈਂਟਰਸ। ਇਹ ਅੰਡਰਟੇਕਿੰਗ ਉਹਨਾਂ ਲਈ ਹੈ ਜਿਹੜੇ ਕਿਸੇ ਕਾਲਜ ਦੇ ਸਟੂਡੈਂਟਸ ਹੈਗੇ ਆ, ਡਿਪਾਰਟਮੈਂਟ ਦੇ ਸਟੂਡੈਂਟ ਹੈ, ਮਤਲਬ ਰੈਗੂਲਰ ਸਟੂਡੈਂਟਸ ਹੈਗੇ ਆ। ਕੀ ਹੈਗੀ ਹੈ, ਆਈ ਐਮ ਸਬਮਿਟਿੰਗ ਮਾਈ ਆਂਸਰ ਸ਼ੀਟਸ ਥਰੂ ਡੈਸ਼ ਔਨਲਾਈਨ ਔਰ ਹਾਰਡ ਕਾਪੀ ਮੋਡ। ਮਤਲਬ ਜੇ ਤੁਸੀਂ ਔਨਲਾਈਨ ਨਾਲ
ਫਿਲ ਕਰ ਰਹੇ ਹੋ ਤਾਂ ਇੱਥੇ ਔਨਲਾਈਨ ਫਿਲ ਕਰ ਦੇਣਾ। ਅਗਰ ਤੁਸੀਂ ਹਾਰਡ ਕਾਪੀ ਦੇ ਥਰੂ ਆਪਣੀ ਆਂਸਰ ਸ਼ੀਟ ਨੂੰ ਸਬਮਿਟ ਕਰਵਾਉਣ ਜਾ ਰਹੇ ਹੋ ਤਾਂ ਹਾਰਡ ਕਾਪੀ 'ਤੇ ਫਿਲ ਕਰ ਦੇਣਾ। ਐਂਡ ਵਿਲ ਨਾਟ ਸਬਮਿਟ ਦ ਸੇਮ ਥਰੂ ਦ ਅਦਰ ਮੋਡ। ਆਂਸਰ ਸ਼ੀਟ ਸਬਮਿਟਡ ਓਨਲੀ ਥਰੂ ਅਬਵ ਮੈਂਸ਼ਨ ਮੋਡ ਮੇ ਪਲੀਜ਼ ਬੀ ਕੰਸੀਡਰ ਫॉर ਇਵੈਲੂਏਸ਼ਨ। ਤਾਂ ਇਹ ਇੱਕ ਅੰਡਰਟੇਕਿੰਗ ਹੈਗੀ ਹੈ ਕਿ ਤੁਸੀਂ ਔਨਲਾਈਨ ਫਿਲ ਕਰ ਰਹੇ ਹੋ ਤਾਂ ਔਨਲਾਈਨ ਫਿਲ ਕਰ ਦੋਗੇ ਅਤੇ ਨਾਲ ਹੀ ਤੁਹਾਡੀ ਇਹ ਮਤਲਬ ਇਸ ਦੇ ਵਿੱਚ ਇਹ ਕਹਿ ਸਕਦੇ ਆਪਾਂ ਤਸਦੀਕ ਕੀਤਾ ਕਿ ਤੁਸੀਂ ਕਿਸੇ ਹੋਰ ਤਰੀਕੇ ਨਾਲ ਆਪਣੀ ਕੋਈ ਵੀ ਆਂਸਰ ਸ਼ੀਟ ਜਿਹੜੀ ਆ ਉਹ ਨਹੀਂ ਭੇਜੀ। ਤਾਂ ਜਿਹੜਾ ਵੀ ਮੈਥਡ ਤੁਸੀਂ ਇੱਕ ਮੈਥਡ ਹੈ ਚੂਜ਼ ਕਰੋਗੇ, ਰੈਗੂਲਰ ਵਾਲੇ ਸਟੂਡੈਂਟਸ ਔਨਲਾਈਨ ਚੂਜ਼ ਕਰਨਗੇ ਤਾਂ ਔਨਲਾਈਨ ਲਿਖ ਦੇਣਗੇ, ਅਗਰ ਹਾਰਡ ਕਾਪੀ ਮੈਥਡ ਚੂਜ਼ ਕਰਨਗੇ ਤਾਂ ਹਾਰਡ ਕਾਪੀ ਲਿਖ ਦੇਣਗੇ। ਉਸ ਤੋਂ ਬਾਅਦ 11ਵੇਂ ਨੰਬਰ 'ਤੇ ਤੁਸੀਂ ਇੱਥੇ ਆਪਣੇ ਸਿਗਨੇਚਰ ਕਰ ਦੇਣੇ ਆ। ਅਤੇ ਇਹ ਸੀਗਾ ਜੀ ਤੁਹਾਡਾ ਜਿਹੜਾ ਆਂਸਰ ਸ਼ੀਟ ਹੈ ਉਹਦਾ ਪਹਿਲਾ ਪੇਜ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕਿੰਨੀਆਂ ਸ਼ੀਟਸ ਹੋਣੀਆਂ ਚਾਹੀਦੀਆਂ ਨੇ, ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ ਹੈ, ਸਿਰਫ ਇੱਕ ਪਾਸੇ ਹੀ ਲਿਖਣਾ। ਬਾਕੀ ਤੁਹਾਨੂੰ ਲਿੰਕ ਮੈਂ ਪ੍ਰੋਵਾਈਡ ਕਰ ਹੀ ਰਹੀ ਹਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਯੂਜੀ ਲਈ ਅਲੱਗ ਤੋਂ ਲਿੰਕ ਜਿਹੜਾ ਪ੍ਰੋਵਾਈਡ ਕੀਤਾ ਜਾ ਰਿਹਾ ਅਤੇ ਪੀਜੀ ਸਟੂਡੈਂਟਸ ਲਈ ਅਲੱਗ ਤੋਂ ਇੱਕ ਲਿੰਕ ਪ੍ਰੋਵਾਈਡ ਕੀਤਾ ਜਾ ਰਿਹਾ ਜਿੱਥੇ ਤੱਕ ਕਿ ਤੁਸੀਂ ਆਪਣੀਆਂ ਸ਼ੀਟਸ ਜਿਹੜੀਆਂ ਨੇ ਉਹ ਡਾਊਨਲੋਡ ਕਰ ਸਕਦੇ ਹੋ। ਬਾਕੀ ਤੇ ਇੱਕ ਗੱਲ ਆਪਾਂ ਸਬਜੈਕਟ ਕੋਡ ਦੀ ਵੀ ਕਰ ਲਈਏ ਕਿ ਸਬਜੈਕਟ ਕੋਡ ਐਗਜ਼ਾਮ ਕੋਡ ਤੋਂ ਕਿਸ ਤਰ੍ਹਾਂ ਡਿਫਰੈਂਟ ਹੁੰਦਾ ਹੈਗਾ। ਅਤੇ ਰੈਗੂਲਰ ਵਾਲਿਆਂ ਨੇ ਇੱਕੋ ਹੀ ਮੋਡ ਜਿਹੜਾ ਹੈਗਾ ਚੂਜ਼ ਕਰਨਾ, ਜਾਂ ਤਾਂ ਔਨਲਾਈਨ ਜਾਂ ਹਾਰਡ ਕਾਪੀ ਵਾਲਾ ਮੈਥਡ ਜਿਹੜਾ ਸਬਮਿਟ ਕਰਨ ਵਾਲਾ ਮੈਥਡ ਹੈ ਉਹ ਚੂਜ਼ ਕਰ ਸਕਦੇ ਆ। ਕੋਈ ਇੱਕ ਮੈਥਡ ਜਿਹੜਾ ਉਹ ਚੂਜ਼ ਕਰਨਾ, ਦੋਨੋਂ ਨਹੀਂ ਕਰਨੇ। ਅਤੇ ਨਾਲ ਹੀ ਆਪਾਂ ਇੱਥੇ ਗੱਲ ਕਰ ਲੈਂਦੇ ਹਾਂ ਕਿ ਕੁਐਸ਼ਨ ਪੇਪਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਅਟੈਂਪਟ ਕਰਨਾ। ਕੁਐਸ਼ਨ ਪੇਪਰ ਦੇ ਦੇਖੋ ਇੱਥੇ ਲਿਖਿਆ ਹੋਇਆ ਪੀਯੂ ਲਈ ਇਹ ਇਸ ਵਾਰ ਜਿਹੜਾ ਹੈ ਬਹੁਤ ਹੀ ਆਸਾਨ ਚੀਜ਼ ਕੀਤੀ ਹੋਈ ਹੈ, ਕਿਉਂਕਿ ਉਹਨਾਂ ਨੇ ਕੋਈ ਵੀ ਹੋਰ ਅਲੱਗ ਤੋਂ ਜਿਹੜੀਆਂ ਇੰਸਟਰਕਸ਼ਨਸ ਆ ਉਹਨਾਂ ਸਾਰਿਆਂ ਨੂੰ ਖਤਮ ਹੀ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਇੰਸਟਰਕਸ਼ਨ ਤੁਹਾਡੇ ਕੁਐਸ਼ਨ ਪੇਪਰ ਦੇ ਉੱਤੇ ਲਿਖੀਆਂ ਆਉਣਗੀਆਂ ਉਹੀ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਅਤੇ ਕੁਐਸ਼ਨ ਪੇਪਰ ਦੀ ਦਿੱਤੀਆਂ ਇੰਸਟਰਕਸ਼ਨਸ ਦੇ ਅਕੋਰਡਿੰਗ ਹੀ ਜਿਹੜਾ ਉਹ ਹੱਲ ਕਰਨਾ। ਕੋਈ ਹੋਰ ਸੈਪਰੇਟ ਇੰਸਟਰਕਸ਼ਨਸ ਜਿਹੜੀਆਂ ਨੇ ਤੁਹਾਨੂੰ ਨਹੀਂ ਦਿੱਤੀਆਂ ਜਾਣਗੀਆਂ। ਤਾਂ ਕੁਐਸ਼ਨ ਪੇਪਰ 'ਤੇ ਜਿਹੜੀ ਚੀਜ਼ ਕੰਪਲਸਰੀ ਇੰਟਰਨਲ ਚੋਇਸ ਜੋ ਵੀ ਦਿੱਤਾ ਹੋਏਗਾ, ਜੋ ਵੀ ਸੈਕਸ਼ਨਸ ਦਿੱਤੇ ਹੋਣਗੇ, ਜਿੰਨੇ ਵੀ ਨੰਬਰ ਦਾ ਕੁਐਸ਼ਨ ਹੋਏਗਾ, ਕੋਈ ਪਾਰਟਸ ਦਿੱਤੇ ਹੋਣਗੇ, ਪਾਰਟਸ ਦੇ ਵਿੱਚ ਚੋਇਸ ਦਿੱਤੀ ਹੋਏਗੀ ਤਾਂ ਉਹ ਸਾਰਾ ਐਜ਼ ਇਟ ਇਜ਼ ਕਰਨਾ ਜਿਵੇਂ ਜਿਵੇਂ ਕੁਐਸ਼ਨ ਪੇਪਰ ਦੇ ਵਿੱਚ ਹਦਾਇਤ ਦਿੱਤੀ ਹੋਏਗੀ। ਡਿਊਰੇਸ਼ਨ ਪੇਪਰ ਦੀ ਕਿੰਨੀ ਰਹੇਗੀ, ਜੋ ਕੁਐਸ਼ਨ ਪੇਪਰ ਦੇ ਉੱਪਰ ਲਿਖੇ ਹੋਣਗੇ ਜਿੰਨੇ ਘੰਟੇ ਦਾ ਉਨੇ ਹੀ ਟਾਈਮ ਦਾ ਉਹ ਪੇਪਰ ਰਹੇਗਾ। ਅਤੇ ਨਾਲ ਹੀ ਨੰਬਰ ਆਫ ਕੁਐਸ਼ਨਸ ਟੂ ਬੀ ਅਟੈਂਪਟਡ ਸ਼ੁੱਡ ਸਟ੍ਰਿਕਟਲੀ ਅਕੋਰਡਿੰਗ ਟੂ ਦ ਇੰਸਟਰਕਸ਼ਨਸ ਗਿਵਨ ਇਨ ਦਾ ਕੁਐਸ਼ਨ ਪੇਪਰ। ਤਾਂ ਕੁਐਸ਼ਨ ਪੇਪਰ ਦੇ ਅਕੋਰਡਿੰਗ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਨੇ ਸਾਰਾ ਪੇਪਰ ਜਿਹੜਾ ਉਹ ਅਟੈਂਪਟ ਕਰਨਾ। ਤਾਂ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਜੀ। ਪਲੀਜ਼ ਇਸ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਦੇ ਮਨ ਦੇ ਵਿੱਚ ਜਿਹੜੇ ਡਾਊਟਸ ਆ ਉਹ ਕਲੀਅਰ ਹੋ ਸਕਣ। ਅਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਮਿਲ ਸਕਦੀ ਹੈ। ਥੈਂਕ ਯੂ।